ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰਖ ਲੀਨੀ ਹਰ ਮੇਰੀ। ਧੰਨ ਵਾਹਿਗੁਰੂ ਸਾਹਿਬ ਜੀ। ਨਿਸ ਦਿਨ ਮਾਇਆ ਕਾਰਨੇ, ਪ੍ਰਾਣੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ, ਨਾਰਾਇਣ ਜਹ ਚੀਤ। ਸ਼ਬਦ ਗੁਰੂ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਬੈਠੇ ਸਤਿਕਾਰੇ ਵਡਭਾਗੇ ਸਤਸੰਗੀ ਜਨੋ, ਆਪ ਜੀ ਨੇ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਉਦਮ ਸਦਕਾ ਹੀ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਸਤਿਕਾਰਯੋਗ ਹਜ਼ੂਰੀ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸ਼ਰਵਣ ਕੀਤਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ, ਜੋ ਕਿ 57 ਸ਼ਲੋਕ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ ਤੇ ਤਕਰੀਬਨ 59 ਸ਼ਬਦ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਹਨਾਂ ਸ਼ਲੋਕਾਂ ਨੂੰ ਅਸੀਂ ਸਾਰੇ ਹੀ ਪਾਠ ਦੀ ਸਮਾਪਤੀ ਬਾਅਦ ਬੜੇ ਧਿਆਨਪੂਰਵਕ ਪੜ੍ਹਦੇ ਸੁਣਦੇ ਹਾਂ। ਗੁਰੂ ਦੀ ਅਸੀਸ ਲੈ ਕੇ ਅਸੀਂ ਸਾਰੇ ਹੀ ਇਹਨਾਂ ਸ਼ਲੋਕਾਂ ਨੂੰ ਇੱਕ ਇੱਕ ਸ਼ਲੋਕ ਨੂੰ ਵਿਚਾਰਨ ਦਾ ਯਤਨ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਜੀ ਨੇ 2 ਪੰਕਤੀਆਂ ਦੇ ਵਿੱਚ ਹੀ ਜਿਸ ਮਜ਼ਮੂਨ ਨੂੰ ਲੈ ਕੇ ਮਹਾਰਾਜ ਜੀ ਨੇ ਮਨੁੱਖਤਾ ਨੂੰ, ਮਨੁੱਖੀ ਜੀਵਨ ਨੂੰ ਸਵਾਰਨ ਲਈ ਪ੍ਰੇਰਣਾ ਦਿੱਤੀ ਹੈ, ਉਹ ਸਾਡੇ ਲਈ ਬੜੀ ਅਹਿਮ ਹੈ। 24 ਨੰਬਰ ਸ਼ਲੋਕ ਜਿਸ ਦਾ ਪਾਠ ਦਾਸ ਨੇ ਕੀਤਾ, ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਸਤਿਗੁਰਾਂ ਦੀ ਬਖਸ਼ਿਸ਼ ਲੈ ਕੇ ਮੁਬਾਰਕ ਸ਼ਲੋਕ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੁਬਾਰਕ ਸ਼ਲੋਕ ਦੇ ਵਿੱਚ ਮਨੁੱਖੀ ਮਨ ਦੇ ਡੋਲਣ ਦਾ ਇੱਕ ਕਾਰਨ ਦੱਸਿਆ, ਕਿਉਂਕਿ ਗੁਰੂ ਮਹਾਰਾਜ ਜੀ ਨੇ ਜੋ ਜੋ ਮਨੁੱਖੀ ਜੀਵਨ ਦੇ ਵਿੱਚ ਘਾਟਾਂ ਕਮੀਆਂ ਦੇਖੀਆਂ, ਗੁਰੂ ਮਹਾਰਾਜ ਉਹਦੀ ਤਹਿ ਤੱਕ ਗਏ ਕਿ ਆਖਿਰ ਇਹ ਪਰੇਸ਼ਾਨੀ, ਇਹ ਸਮੱਸਿਆ ਪੈਦਾ ਕਿੱਥੋਂ ਹੁੰਦੀ ਹੈ। ਅਸੀਂ ਡੋਲਦੇ ਹੋਏ ਤੇ ਤਕਰੀਬਨ ਵੇਖਦੇ ਹੀ ਹਾਂ, ਸਾਡਾ ਆਪਣਾ ਮਨ ਡੋਲਦਾ ਹੈ, ਦੂਜੇ ਦੇ ਮਨ ਨੂੰ ਡੋਲਦਿਆਂ ਹੋਇਆਂ ਵੇਖਾਂਗੇ, ਪਰ ਦੀਰਘਤਾ ਇਸ ਗੱਲ ਦੇ ਵਿੱਚ ਨਹੀਂ ਰਹਿੰਦੀ ਕਿ ਆਖਿਰ ਇਹਦੀ ਜੜ ਕਿੱਥੇ ਲੁਕੀ ਹੈ। ਬੰਦਾ ਆਖਿਰ ਘਬਰਾਉਂਦਾ ਕਿਉਂ ਹੈ, ਡੋਲਦਾ ਕਿਉਂ ਹੈ, ਕੰਪਰੋਮਾਈਜ਼ ਕਿਉਂ ਕਰਦਾ ਹੈ। ਗੁਰੂ ਮਹਾਰਾਜ ਜੀ ਨੇ ਸ਼ਲੋਕ ਦੇ ਵਿੱਚ ਉਹਦਾ ਇੱਕ ਕਾਰਨ ਦੱਸਿਆ, ਨਿਸ ਦਿਨ ਮਾਇਆ ਕਾਰਨ ਪ੍ਰਾਣੀ ਡੋਲਤ ਨੀਤ। ਨੀਤ ਦਾ ਭਾਵ ਹੁੰਦਾ ਹੈ ਕਿ ਹਰ ਨਿਤਾ ਪ੍ਰਤੀ,
ਹਰ ਰੋਜ਼ ਦਿਨ ਤੇ ਰਾਤ। ਨਿਸ ਬਾਸੋ ਦਾ ਅਰਥ ਹੁੰਦਾ ਹੈ ਦਿਨ ਤੇ ਰਾਤ, ਤੇ ਨਿਸ ਦਿਨ ਦਾ ਭਾਵ ਵੀ ਇਹੀ ਹੁੰਦਾ ਹੈ। ਨਿਸ ਕਿਹਾ ਜਾਂਦਾ ਰਾਤ ਨੂੰ, ਦਿਨ ਤੇ ਰਾਤ ਭਾਵ ਹਰ ਵਕਤ ਹਰ ਸਮੇਂ। ਨਿਸ ਦਿਨ ਮਾਇਆ ਕਾਰਨ ਹੈ, ਪ੍ਰਾਣੀ ਡੋਲਤ ਨੀਤ। ਪ੍ਰਾਣੀ ਦਾ, ਮਨੁੱਖ ਦਾ ਡੋਲਣ ਦਾ ਰੀਜ਼ਨ ਕੀ ਹੈ? ਮਾਇਆ। ਪਿਛਲੇ ਸਮੇਂ ਦੇ ਅੰਦਰ ਆਪ ਜੀ ਨਾਲ ਇਹ ਸਾਂਝ ਪਾਈ ਸੀ ਕਿ ਮਾਇਆ ਦਾ ਅਰਥ ਕੇਵਲ ਕਰੰਸੀ ਨਹੀਂ ਹੁੰਦਾ। ਮਾਇਆ ਉਦੋਂ ਵੀ ਸੀ ਜਦੋਂ ਅਜੇ ਕਰੰਸੀ ਨਹੀਂ ਸੀ ਪੈਦਾ ਹੋਈ, ਉਦੋਂ ਅਜੇ ਸਿੱਕੇ ਵੀ ਨਹੀਂ ਸਨ ਆਏ, ਨੋਟ ਵੀ ਨਹੀਂ ਸਨ ਆਏ। ਇਹ ਸਾਡੀ ਪੈਦਾਇਸ਼ ਹੈ, ਸਾਡੀ ਸਹੂਲਤ ਲਈ ਹੈ। ਮੈਂ ਇਸ ਵਿਸ਼ੇ ਨੂੰ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦਾ। ਗੁਰੂ ਮਹਾਰਾਜ ਨੇ ਆਖਿਆ ਮਨੁੱਖੀ ਮਨ ਇਸ ਖਾਸ ਕਾਰਨ ਕਰਕੇ ਜਿਹਦੇ ਨਾਲ ਉਹਦੀ ਪਕੜ ਹੋ ਜਾਏ। ਕੋਈ ਵੀ ਉਹ ਚੀਜ਼ ਜਿਹਦੇ ਪਕੜ ਦੇ ਨਾਲ, ਜਿਹਦੇ ਬੰਧਨ ਦੇ ਨਾਲ, ਜਿਹਦੇ ਮੋਹ ਦੇ ਕਰਕੇ ਬੰਦੇ ਦਾ ਆਪਣਾ ਮਨ ਸਥਿਰ ਨਾ ਰਹੇ, ਡੋਲ ਜਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੁਣ ਇਹਦੀ ਵਿਆਖਿਆ ਸਮਝਾਂਗੇ। ਬਾਣੀ ਦੇ ਵਿੱਚ ਮਹਾਰਾਜ ਜੀ ਨੇ ਦੋ ਸ਼ਬਦ ਵਰਤੇ ਨੇ, ਇੱਕ ਹੈ ਸਹਿਜ ਤੇ ਇੱਕ ਹੈ ਡੋਲਣਾ। ਡੋਲ ਸ਼ਬਦ ਹੈ, ਜਿਵੇਂ ਇੱਥੇ ਲਿਖਿਆ ਡੋਲਤ। ਇਹਦੇ ਵੱਖ-ਵੱਖ ਰੂਪ ਨੇ ਬਾਣੀ ਦੇ ਵਿੱਚ, ਪਰ ਇਹਦਾ ਅਪੋਜ਼ਿਟ ਵਰਡ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਹਿਜ। ਸਹਿਜ ਦਾ ਅਰਥ ਹੁੰਦਾ ਹੈ ਅਡੋਲ ਹੋਣਾ, ਡੋਲਣ ਤੋਂ ਰਹਿਤ ਹੋ ਜਾਣਾ। ਉਹਦੀ ਮਹਿਮਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬੜੀ ਥਾਂ ਤੇ ਬਿਆਨ ਕੀਤੀ ਹੈ। ਹਰ ਚੌਥੜੀ ਲਾ ਮਨ ਸਹਿਜ ਭਇਆ। ਜਦੋਂ ਚੌਥੀ ਸਟੇਜ ਤੇ ਮਨ ਚਲਾ ਜਾਏ, ਉਹ ਮਨ ਜਦੋਂ ਸਹਿਜ ਦੀ ਪਕੜ ਕਰ ਲਵੇ, ਅਡੋਲ ਹੋ ਜਾਏ ਉਹ ਮਨ। ਹਰ ਚੌਥੜੀ ਲਾਮ ਮਨ ਸਹਿਜ ਭਇਆ। ਮਨ ਦਾ ਰੂਪ ਬਦਲ ਕੇ ਸਹਿਜ ਅਡੋਲਤਾ ਦੇ ਵਿੱਚ ਕਨਵਰਟ ਹੋ ਜਾਏ, ਤੇ ਮਹਾਰਾਜ ਕਹਿੰਦੇ ਨੇ ਉੱਥੇ ਪ੍ਰਾਪਤੀ ਵੇਖੋ ਕਿੱਡੀ ਵੱਡੀ ਹੁੰਦੀ ਹੈ ਬੰਦੇ ਨੂੰ। ਹਰ ਚੌਥੜੀ ਲਾਮ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ। ਜਿਸ ਰੱਬ ਨੂੰ ਲੱਭਣ ਲਈ ਲੋਕ ਘਰ-ਬਾਰ ਛੱਡਦੇ ਨੇ, ਜੰਗਲਾਂ 'ਚ ਜਾਂਦੇ ਨੇ, ਤਰਲੇ ਮਾਰਦੇ ਨੇ। ਕੋਈ ਪੁੱਠਾ ਲਟਕਦਾ ਹੈ, ਕੋਈ ਭੁੱਖਾ ਰਹਿੰਦਾ ਹੈ, ਕੋਈ ਕਿਸੇ ਕਿਸਮ ਦੀ ਧੂਣੀ ਤਖਾਉਂਦਾ ਹੈ ਤੇ ਤਪੱਸਿਆ ਕਰ ਰਿਹਾ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਘਰ ਦੇ ਵਿੱਚ ਰਹਿ ਕੇ ਜ਼ਿੰਮੇਵਾਰੀਆਂ ਫਰਜ਼ ਨਿਭਾਉਂਦਿਆਂ ਹੋਇਆਂ ਵੀ ਅਗਰ ਬੰਦਾ ਸਹਿਜ ਨੂੰ ਪਾਲ ਗਿਆ, ਅਡੋਲ ਹੋ ਗਿਆ ਉਹਦਾ ਮਨ, ਤੇ ਹਰ ਪਾਇਆ ਬਲਰਾਮ ਜੀਓ। ਪ੍ਰਭੂ ਮਾਲਕ ਵਾਹਿਗੁਰੂ ਸਮਝੋ ਉਹਨੇ ਪਾ ਲਿਆ। ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਨੀ। ਸਹਿਜ ਸੰਤੋਖ ਸਦਾ ਤ੍ਰਿਪਤਾ ਸੇ, ਆਨੰਦ ਖਸਮ ਕੇ ਭਾਣੇ ਜੀਓ। ਜਿੱਥੇ ਬੰਦਾ ਡੋਲੇ ਨਾ, ਅਡੋਲ ਹੋ ਜਾਏ, ਸਹਿਜ ਵਿੱਚ ਚਲਾ ਜਾਏ, ਜਿੱਥੇ ਉਹਦਾ ਮਨ ਸਥਿਰ ਹੋ ਜਾਏ, ਟਿਕਾ ਦੇ ਵਿੱਚ ਆ ਜਾਏ, ਬੈਲੈਂਸ ਬਣ ਜਾਏ ਮਨ ਦਾ। ਜਿੱਥੇ ਜੀਵਨ ਵਿੱਚ ਆਏ ਹੋਏ ਉਤਰਾਅ ਚੜਾਅ, ਦੁੱਖ ਸੁੱਖ, ਉਸਤਤ ਨਿੰਦਾ, ਉਹਨੂੰ ਇੱਕ ਤੁਲ ਲੱਗਣ ਲੱਗ ਪੈਣ, ਉਹਨੂੰ ਇੱਕ ਸਮਾਨ ਦਿਖਣ ਲੱਗ ਪੈਣ। ਇੱਕ ਉਹ ਬੜੀ ਵੱਡੀ ਸਟੇਜ, ਇੱਕ ਉਹ ਅਵਸਥਾ ਜਿਹਨੂੰ ਬਾਣੀ ਨੇ ਪਰਮ ਪਦਵੀ ਆਖਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਪਦ ਦਾ ਅਰਥ ਹੁੰਦਾ ਪਦਵੀ। ਜਿਵੇਂ ਰਾਜਸੀ ਲੋਕ ਪਦਵੀਆਂ ਦੀ ਖਾਤਰ ਤੁਸੀਂ ਵੇਖੋ ਉਹ ਡੋਲਣਗੇ, ਪਰ ਇੱਥੇ ਪਰਮ ਪਦ ਦੀ ਗੱਲ, ਪਰਮ ਪਦਵੀ ਦੀ ਗੱਲ ਮਹਾਰਾਜ ਨੇ ਕੀਤੀ ਹੈ, ਜਿਹੜਾ ਸਾਰੀਆਂ ਪਦਵੀਆਂ ਤੋਂ ਉੱਪਰ ਹੈ। ਪਰਮ ਪਦ ਪਾਇਆ, ਸੂਕੇ ਕਾਸਤ ਹਰਿਆ। ਇਹ ਉਹ ਸਹਿਜ ਹੈ। ਇੱਕ ਥਾਂ ਮਹਾਰਾਜ ਨੇ ਇਹ ਵੀ ਆਖਿਆ, ਸਹਿਜ ਕੀ ਅਕਥ ਕਥਾ ਹੈ ਨਿਰਾਰੀ। ਧਿਆਨ ਨਾਲ ਇਹ ਸ਼ਬਦ ਸੁਣਿਓ। ਕਹਿੰਦੇ ਸਹਿਜ ਅਵਸਥਾ ਦੀ, ਸਹਿਜ ਦੀ, ਅਡੋਲਤਾ ਦੀ ਬੜੀ ਨਿਆਰੀ ਇੱਕ ਕਹਾਣੀ ਹੈ। ਤੇ ਨਿਆਰੀ ਉਹ ਚੀਜ਼ ਹੁੰਦੀ ਹੈ ਕਿ ਜਿਹਦੇ ਬਰਾਬਰ ਤੁਸੀਂ ਦੂਜੀ ਕੋਈ ਚੀਜ਼ ਖੜੀ ਨਾ ਕਰ ਸਕੋ। ਡਿਫਰੈਂਟ, ਸਭ ਤੋਂ ਵੱਖਰੀ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੱਡੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਦੁਨੀਆ ਦਾ ਕੋਈ ਸੁੱਖ ਸਹੂਲਤਾਂ ਇਹ ਆਪਣੇ ਆਪ ਦੇ ਵਿੱਚ ਇਨਸਾਨੀ ਜੀਵਨ ਦੇ ਵਿੱਚ ਬਹੁਤ ਵੱਡੀ ਥਾਂ ਰੱਖਦੀਆਂ ਨੇ। ਬੰਦਾ ਸਹੂਲਤਾਂ ਚਾਹੁੰਦਾ ਹੈ, ਸੁਖੀ ਹੋਣਾ ਚਾਹੁੰਦਾ ਹੈ, ਸੁੱਖ ਮਾਣਨਾ ਚਾਹੁੰਦਾ ਹੈ। ਹਰ ਬੰਦੇ ਦੀ ਤਕਰੀਬਨ ਇੱਕ ਖੁਆਇਸ਼ ਹੁੰਦੀ ਹੈ।
ਪਰ ਮਹਾਰਾਜ ਕਹਿੰਦੇ ਨੇ ਸਹਿਜ ਦੀ ਅਗਰ ਗੱਲ ਕਰੀਏ ਨਾ ਆਪਾਂ ਤੇ ਤੁਲ ਨਹੀਂ ਚੱਢੇ। ਉਹਦੇ ਬਰਾਬਰ ਅਗਰ ਤੁਸੀਂ ਕੋਈ ਚੀਜ਼ ਤੋਲ ਕੇ ਆਖਣਾ ਚਾਹੋ ਕਿ ਇਹ ਉਹਦੇ ਬਰਾਬਰ ਦੀ ਚੀਜ਼ ਹੈ, ਸੇਮ ਹੂਬਹੂ ਉਹਦੇ ਤੁਲ ਹੈ, ਮਹਾਰਾਜ ਕਹਿੰਦੇ ਨੇ ਹੋ ਹੀ ਨਹੀਂ ਸਕਦੀ। ਦੁਨੀਆ ਦੀ ਕੋਈ ਸ਼ੈ, ਕੋਈ ਚੀਜ਼, ਕੋਈ ਵਸਤੂ, ਕੋਈ ਸੁੱਖ ਸਹੂਲਤ ਸਹਿਜ ਦੇ ਬਰਾਬਰ ਕੰਡੇ ਦੇ ਵਿੱਚ ਰੱਖ ਕੇ ਉਹਦੇ ਤੁਲ ਨਹੀਂ ਤੋਲੀ ਜਾ ਸਕਦੀ। ਤੁਲ ਨਹੀਂ ਚੱਢੇ ਜਾਏ ਨਾ ਮੁਕਾਤੀ। ਮੁਕਾਤੀ ਕਹਿੰਦੇ ਨੇ ਅਖੀਰ, ਅੰਤ, ਓੜਕ, ਮੁਕਣਾ, ਹਲਕੀ ਲਗੇ ਨਾ ਭਾਰੀ। ਇਸ ਕਰਕੇ ਸਹਿਜ ਜਿਹੜਾ ਨਾ ਉਹ ਹੌਲਾ ਤੇ ਭਾਰਾ ਵਜਨ ਰੱਖਣ ਲਈ ਕਿਸੇ ਚੀਜ਼ ਦੇ ਨਾਲ ਤੋਲਿਆ ਨਹੀਂ ਜਾ ਸਕਦਾ। ਕਿੱਡੀ ਵੱਡੀ ਚੀਜ਼ ਹੈ ਵੇਖੋ। ਇਹਦੀ ਪ੍ਰਾਪਤੀ ਲਈ ਗੁਰੂ ਮਹਾਰਾਜ ਨੇ ਤਕਰੀਬਨ 239 ਸਾਲ ਸਮਾਜ ਨੂੰ ਪ੍ਰੈਕਟਿਸ ਕਰਾਈ ਹੈ। ਇਹਦੀ ਪ੍ਰੈਕਟਿਸ ਕਰਾਉਣ ਵਾਸਤੇ ਕਿ ਬੰਦਾ ਅਡੋਲ ਕਿਵੇਂ ਹੋ ਸਕਦਾ। ਮਨ ਤੇ ਮਨ ਹੀ ਹੈ ਨਾ ਆਖਿਰ। ਹਰ ਮਨੁੱਖੀ ਜੀਵਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ, ਪਰ ਮਨ ਦੀ ਅਵਸਥਾ ਨੂੰ ਬਦਲ ਦੇਣਾ, ਇਹ ਕਹਿ ਲਓ ਮਨ ਹੀ ਬਦਲ ਕੇ ਰੱਖ ਦੇਣਾ। ਬਾਣੀ 'ਚ ਕਥਾ ਮਹਾਰਾਜ ਨੇ ਵੀ ਆਖਿਆ, ਕਹਿੰਦੇ ਜੇ ਤੂੰ ਫਰੈਸ਼ ਮਨ ਚਾਹੁੰਦਾ ਨਾ, ਤੇਰਾ ਮਨ ਇੰਨਾ ਕਾਲਾ ਹੋ ਚੁੱਕਾ ਹੈ ਕਿ ਉਹ ਧੋਤਿਆਂ ਵੀ ਠੀਕ ਨਹੀਂ ਹੋ ਰਿਹਾ। ਜਿਵੇਂ ਮਹਾਰਾਜ ਨੇ ਇੱਕ ਬਾਣੀ ਵਿੱਚ ਉਦਾਹਰਨ ਦਿੱਤੀ ਹੈ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ। ਖਨਲੀ ਕਹਿੰਦੇ ਨੇ ਪੁਰਾਤਨ ਸਮੇਂ ਕੋਲੂ ਚੱਲਦੇ ਸਨ। ਕੋਲੂਆਂ ਦੇ ਉੱਤੇ ਤੇਲ ਸਾਫ਼ ਕਰਨ ਵਾਲਾ ਜਿਹੜਾ ਕੱਪੜਾ ਹੁੰਦਾ ਸੀ ਨਾ, ਉਹ ਇੰਨਾ ਲਿਬਰੇਜ਼ ਹੋ ਜਾਂਦਾ ਸੀ, ਉਹ ਆਪਣਾ ਰੰਗ, ਆਪਣੀ ਹੋਂਦ ਗਵਾ ਚੁੱਕਾ ਹੁੰਦਾ ਸੀ। ਮਹਾਰਾਜ ਕਹਿੰਦੇ ਉਹਨੂੰ 1000 ਵਾਰੀ, ਲੱਖ ਵਾਰੀ ਧੋ ਕੇ ਵੇਖ ਲਓ, ਉਹ ਮੁੜ ਕੇ ਉਸੇ ਰੂਪ 'ਚ ਨਹੀਂ ਆ ਪਾਏਗਾ। ਖਨਲੀ ਧੋਤੀ ਉਜਲੀ ਨਾ ਹੋਵੇ। ਤੇ ਕਈ ਵਾਰੀ ਇਦਾਂ ਹੁੰਦਾ ਹੈ, ਸੁਭਾਅ ਨਹੀਂ ਬਦਲ ਪਾਉਂਦੇ। ਬੰਦਾ ਖੁਦ ਕਹਿ ਦਿੰਦਾ ਕੀ ਕਰਾਂ ਜੀ, ਮੈਂ ਆਪਣੇ ਸੁਭਾਅ ਤੋਂ ਹੀ ਮਜਬੂਰ ਹਾਂ। ਇੰਨਾ ਮਜਬੂਰ ਹੋ ਜਾਂਦਾ ਆਪਣੇ ਸੁਭਾਅ ਦਾ ਬੰਦਾ, ਇਹ ਸਮਾਜ ਨੂੰ ਐਕਸਕਿਊਜ਼ ਦੇ ਕੇ ਕਹਿਣ ਲੱਗ ਪੈਂਦਾ ਕੀ ਕਰਾਂ ਜੀ, ਮੈਂ ਜਿਹੜੀ ਚੀਜ਼ ਆਪ ਵੀ ਨਹੀਂ ਨਾ ਚਾਹੁੰਦਾ ਉਹ ਹੋ ਜਾਂਦੀ ਹੈ ਮੇਰੇ ਕੋਲ। ਸੁਭਾਵਿਕ ਹੋਈ ਜਾ ਰਹੀ ਹੈ। ਸੁਭਾਅ ਆਪਣੀ ਆਦਤ ਦਾ ਮਜਬੂਰ ਹੋਇਆ ਬੰਦਾ, ਉਹ ਬਦਲਣਾ ਵੀ ਚਾਹਵੇ ਤੇ ਨਹੀਂ ਬਦਲ ਪਾਉਂਦਾ। ਇਸੇ ਨੂੰ ਤੇ ਬਾਣੀ ਵਿੱਚ ਕਿਰਪਾ ਆਖਿਆ ਗਿਆ, ਅਗਲੀ ਸਟੇਜ ਨੂੰ, ਜਿੱਥੇ ਬੰਦੇ ਦੀ ਹਸਤੀ, ਬੰਦੇ ਦੀ ਹੈਸੀਅਤ, ਬੰਦੇ ਦੀ ਔਕਾਤ ਉਹਨੂੰ ਸਮਝ ਆਉਣ ਲੱਗ ਪਵੇ। ਬੰਦੇ ਨੂੰ ਸਮਝ ਆ ਜਾਏ ਕਿ ਅਸੀਂ ਕੰਪਲੀਟ ਨਹੀਂ ਹੈਗੇ, ਅਸੀਂ ਸੰਪੂਰਨ ਨਹੀਂ ਹੈਗੇ। ਹਾਂ, ਬੰਦਾ ਕੁਝ ਕਰਨ ਦੇ ਯੋਗ ਹੈ, ਪਰ ਉੱਥੇ ਇੱਕ ਵੱਡੀ ਚੀਜ਼ ਦੀ ਮੰਗ ਕਰ ਰਿਹਾ ਹੁੰਦਾ, ਉੱਥੇ ਅਰਦਾਸ ਕਰਦਾ, ਅਰਜ਼ੋਈ ਕਰਦਾ ਕਿ ਇੱਥੇ ਮੈਂ ਸਮਰੱਥ ਜਾਂ ਹਾਂ, ਸਮਰੱਥ ਨਹੀਂ ਹੈਗਾ। ਤੁਸੀਂ ਇੱਕ ਸ਼ਬਦ ਬਾਣੀ ਵਿੱਚ ਪੜ੍ਹੋਗੇ, ਉੱਥੇ ਮਹਾਰਾਜ ਨੇ ਆਖਿਆ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਿਉਂ ਅਰਦਾਸ ਕਰਦਾ ਉੱਥੇ ਜਾ ਕੇ ਬੰਦਾ? ਉਹ ਖੁਦ ਨੂੰ ਵੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤੇ ਇਉਂ ਲੱਗਦਾ ਮੈਂ ਹਾਰ ਜਾਵਾਂਗਾ ਕਿਤੇ ਨਾ ਕਿਤੇ। ਉਹਨੂੰ ਇੱਕ ਵੱਡੀ ਪਾਵਰ ਦੀ ਰਹਿਮਤ ਤੇ ਬਖਸ਼ਿਸ਼ ਚਾਹੀਦੀ ਹੁੰਦੀ ਹੈ ਉਸ ਵਕਤ। ਗੁਰ ਕਿਰਪਾ ਜੈ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ। ਬਾਣੀ 'ਚ ਬੜੇ ਸ਼ਬਦ ਨੇ ਜਿੱਥੇ ਮਿਹਰ, ਬਖਸ਼ਿਸ਼, ਅਸੀਸ, ਰਹਿਮਤ, ਕਿਰਪਾ, ਇਹ ਸਾਰੇ ਮਹਾਰਾਜ ਨੇ ਵਰਡ ਯੂਜ਼ ਕੀਤੇ ਨੇ। ਉੱਥੇ ਬੇਨਤੀ ਕਰ ਰਿਹਾ ਸੀ, ਮਹਾਰਾਜ ਨੇ ਆਖਿਆ ਜਦੋਂ ਖੁਦ ਦਾ ਵੀ ਮਨ ਏਡਾ ਕਾਲਾ ਹੋ ਜਾਏ, ਨਾ ਬਦਲੇ, ਤੇ ਇੱਕ ਫਰੈਸ਼ ਮਨ ਲੈ ਲੈਣਾ ਚਾਹੀਦਾ। ਉਹ ਰਹਿਣ ਹੀ ਦੇਵੋ ਉਹਨੂੰ ਜਿੱਥੇ ਪਿਆ। ਗੁਰ ਕੈ ਸ਼ਬਦ ਬਣਾਵੋ ਇਹ ਮਨ। ਮੈਂ ਅਕਸਰ ਤੁਹਾਨੂੰ ਉਦਾਹਰਨ ਸਾਂਝੀ ਕਰਦਾ ਹੁੰਦਾ। ਸੌਖੀ ਗੱਲ ਪਕੜ 'ਚ ਆਉਂਦੀ ਹੈ ਕਿ ਜਦੋਂ ਅਸੀਂ ਕੋਈ ਘਰ ਵੇਖਣ ਗਏ, ਮੰਨ ਲਓ ਘਰ ਵਾਲੇ ਨੇ ਘਰ ਵਿਖਾਇਆ, ਅਸੀਂ ਸਾਰਾ ਘਰ ਵੇਖ ਲਿਆ, ਉਹਨੇ ਸੇਲ ਤੇ ਲਾਇਆ ਹੋਇਆ, ਅਸੀਂ ਵੇਖਣ ਗਏ, ਚੰਗਾ ਲੱਗਾ ਜੀ, ਅਸੀਂ ਪੱਕੀ ਕਰਕੇ ਨਹੀਂ ਗਏ, ਅਸੀਂ ਆਖਿਆ ਥੋੜਾ ਸੋਚਣ ਦਿਓ, ਸੋਚਣ ਦਿਓ, ਮਨ ਬਣਾ ਲਈਏ ਘਰ ਜਾ ਕੇ। ਅਸੀਂ ਉੱਥੇ ਵਰਡ ਯੂਜ਼ ਕਰਦੇ ਹਾਂ, ਮਨ ਬਣਾ ਲਈਏ ਘਰ ਜਾ ਕੇ। ਅਗਲੇ ਦਿਨ ਅਸੀਂ ਆਪ ਫੋਨ ਕਰਕੇ ਉਹਨੂੰ ਆਖਿਆ ਜੀ ਠੀਕ ਹੈ, ਸਾਨੂੰ ਪਸੰਦ, ਅਸੀਂ ਆਪਣਾ ਮਨ ਬਣਾ ਲਿਆ, ਪੂਰਾ ਮਨ ਬਣਾ ਲਿਆ। ਤੇ ਵੇਚਣ ਵਾਲਾ ਕਵੇ ਕਿ ਕੱਲ ਜਦੋਂ ਤੂੰ ਆਇਆ ਸੀ ਕੀ ਤੇਰੇ ਕੋਲ ਉਦੋਂ ਮਨ ਨਹੀਂ ਸੀ ਹੈਗਾ? ਅੱਜ ਬੰਦੇ ਨੇ ਮਨ ਬਣਾ ਲਿਆ ਆਪਣਾ। ਕਿਸੇ ਚੀਜ਼ ਦਾ ਡਿਸੀਜਨ ਲੈ ਲੈਣਾ ਮਨ ਬਣਾਉਣਾ ਹੁੰਦਾ ਅਸਲ ਦੇ ਵਿੱਚ। ਦੁਬਿਧਾ ਦੇ ਵਿੱਚੋਂ ਨਿਕਲ ਜਾਣਾ, ਇੱਕ ਸਟੈਂਡ ਲੈ ਲੈਣਾ ਮਨ ਬਣਾਉਣਾ ਹੁੰਦਾ ਅਸਲ ਦੇ ਵਿੱਚ। ਇਸੇ ਨੂੰ ਬਾਣੀ ਨੇ ਅਡੋਲ ਅਵਸਥਾ ਆਖਿਆ। ਜਦੋਂ ਡਿਸੀਜ਼ਨ ਤੇ ਖੜ ਜਾਏ ਬੰਦਾ,
ਜਦੋਂ ਕਹੀ ਹੋਈ ਗੱਲ ਤੋਂ ਮੁਕਰੇ ਨਾ। ਮਹਾਰਾਜ ਨੇ ਆਖਿਆ ਇਸ ਥਾਂ ਤੇ ਲਿਆਉਣ ਵਾਸਤੇ ਸਾਰੀ ਜੱਦੋ-ਜਹਿਦ ਸੀ ਸਮਾਜ ਦੇ ਵਿੱਚ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਲੋਕ ਹੈ। ਹੁਣ ਅਸੀਂ ਉਸ ਵਕਤ ਦੇ ਵਿੱਚ ਅਗਰ ਜਾ ਕੇ ਹਿਸਟਰੀ ਦੇ ਉਹ ਪੰਨੇ ਖੋਲੀਏ ਕਿ ਜਿੱਥੇ ਮਹਾਰਾਜ ਇਹ ਗੱਲਾਂ ਉਸ ਵੇਲੇ ਦੇ ਲੋਕਾਂ ਨੂੰ ਕਹਿ ਰਹੇ ਸਨ, ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ, ਕਿ ਆਖਿਰ ਮੈਂ ਡੋਲਦੇ ਹੋਏ ਲੋਕ ਵੇਖ ਰਿਹਾ ਹਾਂ, ਸਰਕਾਰਾਂ ਦੇ ਅਧੀਨ ਹੁੰਦੇ ਵੇਖ ਰਿਹਾ ਹਾਂ। ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਬੰਦਾ ਘਬਰਾ ਰਿਹਾ ਹੈ, ਡੋਲ ਰਿਹਾ ਹੈ। ਡੋਲਣ ਦੀ ਪਰਿਭਾਸ਼ਾ ਮੈਂ ਹੋਰ ਥੋੜੀ ਜਿਹੀ ਸਾਂਝੀ ਕਰਦਾ ਜਾਵਾਂ। ਬਾਣੀ ਵਿੱਚ ਭਗਤ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਉੱਥੇ ਉਹਨਾਂ ਨੇ ਆਖਿਆ, ਕਹੋ ਕਬੀਰ ਛੋਛਾ ਘਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਚੀਜ਼ ਉਹ ਡੋਲਦੀ ਹੈ। ਜਿਵੇਂ ਉਹਨਾਂ ਨੇ ਘਟ ਦੀ ਆਖਿਆ, ਘਟ ਦਾ ਅਰਥ ਉੱਥੇ ਹੈ ਭਾਂਡਾ, ਮਟਕਾ। ਮਟਕਾ ਅਗਰ ਖਾਲੀ ਹੋਏਗਾ ਨਾ, ਤੁਸੀਂ ਵਜਾਓ, ਉਹ ਆਵਾਜ਼ ਬੜੀ ਕਰੇਗਾ, ਟਣਕੇਗਾ ਬੜਾ। ਖਾਲੀ ਹੈ ਨਾ ਤੇ ਸਥਿਰ ਵੀ ਨਹੀਂ ਹੁੰਦਾ। ਤੁਸੀਂ ਉਂਗਲੀ ਵੀ ਉਹਨੂੰ ਲਾਓਗੇ ਤੇ ਉਹ ਇਉਂ ਇੱਧਰ ਉਰਾਂ ਪਰਾਂ ਹੋਣ ਲੱਗ ਪਏਗਾ। ਕਹੋ ਕਬੀਰ ਛੂਛਾ, ਛੂਛਾ ਕਹਿੰਦੇ ਨੇ ਖਾਲੀ, ਛੂਛਾ ਘੱਟ ਬੁੱਲੇ, ਉਹ ਬੁੱਲੇਗਾ ਤੁਸੀਂ ਹੱਥ ਲਾਓਗੇ ਤੇ। ਭਰਿਆ ਹੋਏ ਸੋ ਕਬੂ ਨਾ ਡੁੱਲੇ, ਜੇ ਉਹਨੂੰ ਭਰ ਦਵੋ ਤੁਸੀਂ, ਪਾਣੀ ਦੇ ਨਾਲ ਹੀ ਭਰ ਦਵੋ। ਹੁਣ ਤੁਸੀਂ ਬਾਹਰੋਂ ਦੀ ਮਾਰ ਕੇ ਵੇਖੋ, ਆਵਾਜ਼ ਨਹੀਂ ਕਰੇਗਾ, ਉਹ ਅਡੋਲ ਹੋ ਚੁੱਕਾ ਹੈ। ਹੁਣ ਉਹਦੀ ਆਵਾਜ਼ ਨਹੀਂ ਨਿਕਲਦੀ, ਚੀਕਾਂ ਨਹੀਂ ਨਿਕਲਦੀਆਂ, ਉਹਦੀਆਂ ਸੁਰਾਂ ਨਹੀਂ ਨਿਕਲਦੀਆਂ, ਹੁਣ ਅਡੋਲ ਹੋ ਗਿਆ। ਭਗਤ ਕਬੀਰ ਸਾਹਿਬ ਕਹਿਣਾ ਚਾਹੁੰਦੇ ਨੇ, ਜਿਹੜਾ ਖਾਲੀ ਹੋਏਗਾ ਨਾ, ਗੁਣਾਂ ਤੋਂ ਵਾਂਝੀ ਜ਼ਿੰਦਗੀ ਜੀ ਰਿਹਾ ਹੋਏਗਾ, ਉਹ ਘਬਰਾਏਗਾ, ਉਹ ਡੋਲੇਗਾ, ਉਹ ਰੋਲਾ ਪਾਏਗਾ। ਜੇ ਉਹ ਖਾਲੀ ਹੈ ਤਾਂ। ਜੇ ਗੁਣਾਂ ਨਾਲ ਭਰਿਆ ਹੋਇਆ, ਸ਼ਿੰਗਾਰਿਆ ਹੋਇਆ, ਜੀਵਨ ਬਿਹਤਰ ਹੈ, ਚੰਗਾ ਹੈ, ਯਕੀਨ ਵਾਲਾ ਹੈ, ਹੰਡਣ ਯੋਗ ਹੈ, ਉਹ ਅਡੋਲ ਹੋ ਜਾਏਗਾ, ਉਹ ਸਬਰ ਦੇ ਵਿੱਚ ਚਲਾ ਜਾਏਗਾ। ਸਬਰ ਸੰਦਾ ਬਾਣ, ਫਰੀਦ ਸਾਹਿਬ ਜੀ ਨੇ ਸ਼ਲੋਕਾਂ ਦੇ ਵਿੱਚ ਆਖਿਆ, ਐਸਾ ਬਾਣ ਕੱਸਿਆ ਜਾਏਗਾ ਉਹਦੇ ਅੰਦਰ, ਸਬਰ ਦਾ ਪਿਆਲਾ ਪੀ ਜਾਏਗਾ ਅਗਲਾ। ਤੁਸੀਂ ਵੇਖੋ ਮਹਾਰਾਜ ਨੇ ਜਦੋਂ ਲੋਕ ਘਬਰਾਉਂਦੇ, ਡੋਲੇ, ਨਿੱਕੀਆਂ ਨਿੱਕੀਆਂ ਚੀਜ਼ਾਂ, ਪੈਸੇ, ਧੇਲੇ ਪਿੱਛੇ ਬੰਦਾ ਡੋਲੀ ਫਿਰਦਾ ਹੈ, ਜ਼ਮੀਰ ਆਪਣੀ ਗਿਰਵੀ ਪਾ ਦਿੰਦਾ ਅਗਲਾ। ਕਈਆਂ ਹੋਈਆਂ ਗੱਲਾਂ ਤੇ ਆਪਣੇ ਅਕੀਦੇ, ਆਪਣੇ ਕਮਿਟਮੈਂਟ ਬੰਦਾ ਆਪ ਹੀ ਵੇਚਣ ਤੇ ਤੁਲ ਪੈਂਦਾ ਹੈ, ਕੌਡੀਆਂ ਦੇ ਭਾਅ ਵੇਚ ਆਉਂਦਾ ਸਾਰਾ ਕੁਝ ਆਪਣਾ। ਗੁਰੂ ਮਹਾਰਾਜ ਨੇ ਐਸੇ ਯੋਧੇ ਦੁਨੀਆ ਦੇ ਵਿੱਚ ਲਿਆਂਦੇ, ਪੈਦਾ ਕੀਤੇ, ਉਸੇ ਸਮਾਜ ਚੋਂ ਕੱਢ ਕੇ ਲਿਆਂਦੇ। ਭਾਈ ਦਿਆਲਾ ਹੋਰ ਕਿੱਥੋਂ ਆਏ ਸਨ? ਗੁਰੂ ਮਹਾਰਾਜ ਅਜੇ ਪਿੰਜਰੇ ਦੇ ਵਿੱਚ ਕੈਦ ਨੇ, ਉਹਨਾਂ ਤੋਂ ਪਹਿਲਾਂ ਭਾਈ ਦਿਆਲੇ ਨੂੰ ਦੇਗ ਦੇ ਵਿੱਚ ਚੌਂਕੜਾ ਲਵਾਇਆ ਜਾ ਰਿਹਾ। ਭਾਈ ਦਿਆਲਾ ਆਇਆ ਕਿੱਥੋਂ? ਆਖਿਰ ਉਸੇ ਸਮਾਜ ਚੋਂ ਜਿਹਨੂੰ ਮਹਾਰਾਜ ਕਹਿੰਦੇ ਨੇ ਮਾਇਆ ਕਰਕੇ ਡੋਲ ਰਿਹਾ ਸਮਾਜ। ਨਿਸ ਦਿਨ ਮਾਇਆ ਕਾਰਨ ਹੈ, ਪ੍ਰਾਣੀ ਡੋਲਤ ਨੀਤ। ਪਰ ਨਾਲ ਕਹਿਤਾ, ਕੋਟਨ ਮੈਂ ਨਾਨਕ ਕਉ ਨਾਰਾਇਣ ਜਹ ਚੀਤ। ਕਰੋੜਾਂ ਚੋਂ ਇੱਕ ਅੱਧ, ਉਹ ਇੱਕ ਅੱਧ ਮਹਾਰਾਜ ਨੇ ਮੰਚ ਤੇ ਲਿਆ ਕੇ ਖੜੇ ਕਰ ਦਿੱਤੇ, ਐਗਜ਼ਾਮਪਲਾਂ ਸੈੱਟ ਕਰ ਦਿੱਤੀਆਂ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਤਮਾਮ ਲੰਮੀਆਂ ਲਿਸਟਾਂ ਨੇ ਸਿੱਖ ਇਤਿਹਾਸ ਦੇ ਵਿੱਚ। ਘਬਰਾਏ ਨਹੀਂ ਅਗਲੇ, ਡੋਲੇ ਨੇ। ਬੜੀ ਵੱਡੀ ਗੱਲ ਹੁੰਦੀ ਹੈ, ਇਮਤਿਹਾਨ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਨਾ। ਭਾਈ ਤਾਰੂ ਸਿੰਘ 25 ਸਾਲ ਦਾ, ਆਪਣੀ ਘਰ 'ਚ ਬਜ਼ੁਰਗ ਮਾਂ, ਕਿਉਂਕਿ ਪਿਤਾ ਸ਼ਹੀਦ ਹੋ ਚੁੱਕੇ ਸਨ ਜੰਗੇ ਮੈਦਾਨ ਦੇ ਵਿੱਚ, ਤੇ ਘਰ 'ਚ ਉਹਦੀ ਆਪਣੀ ਭੈਣ ਹੈ, ਅਜੇ ਉਹ ਸਹੁਰੇ ਘਰ ਵੀ ਨਹੀਂ, ਆਪਣੇ ਘਰ ਹੀ ਹੈ, ਵਿਆਹੁਣ ਵਾਲੀ ਹੈ। ਭਾਈ ਤਾਰੂ ਸਿੰਘ ਦੇ ਉੱਤੇ ਕਿੱਡੀ ਜ਼ਿੰਮੇਵਾਰੀ ਹੋਏਗੀ। 25 ਸਾਲਾਂ ਦਾ ਜੇ ਗੱਭਰੂ ਹੈ, ਆਪ ਵੀ ਅਜੇ ਵਿਆਹਿਆ ਨਹੀਂ, ਅਨਮੈਰਿਡ ਹੈ। ਜਦੋਂ ਫੜ ਕੇ ਲਾਹੌਰ ਲੈ ਗਏ ਤੇ ਉੱਥੇ ਅਗਲਿਆਂ ਨੇ ਜਦੋਂ ਅੰਬਾਰ ਲਾ ਦਿੱਤੇ ਨਾ, ਢੇਰ ਲਾ ਦਿੱਤੇ, ਆਫਰਾਂ ਤੇ ਆਫਰਾਂ ਸੁੱਟੀ ਗਏ ਅਗਲੇ। ਤੁਸੀਂ ਵੇਖੋ ਅਗਲਾ ਬੰਦਾ ਕਿਵੇਂ ਲੱਤ ਮਾਰ-ਮਾਰ ਠੁਕਰਾਉਂਦਾ ਰਿਹਾ। ਉਹ ਇਤਿਹਾਸ ਦੇ ਪਾਤਰ ਬਣ ਗਏ ਅਗਲੇ, ਉਹ ਉਦਾਹਰਣਾ ਬਣ ਗਏ ਸਾਡੇ ਵਾਸਤੇ। ਉਹ ਸਾਡੀ ਅਰਦਾਸ ਦੇ ਵਿੱਚ ਸਦਾ ਸਾਡੀ ਜ਼ਬਾਨ ਦੇ ਉੱਤੇ ਉਹ ਦੁਹਰਾਏ ਜਾਂਦੇ ਨੇ। ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਈਮਾਨ ਨਹੀਂ ਅਗਲਿਆਂ ਨੇ ਵੇਚਣ ਦਿੱਤਾ। ਖੜ ਗਏ ਜਿੱਥੇ ਗੁਰੂ ਲਿਆਉਣਾ ਚਾਹੁੰਦਾ ਸੀ ਨਾ ਉਹਨਾਂ ਨੂੰ। ਕਿਉਂਕਿ ਜਿਹੜਾ ਗੁਣਵਾਨ ਹੋਏਗਾ ਨਾ, ਜਿਹਦੇ ਅੰਦਰ ਵਾਕਈ ਭਰੋਸਾ ਹੋਏਗਾ ਕਿ ਗੁਰੂ ਨੇ ਬਹੁਤ ਕੁਝ ਦਿੱਤਾ, ਇਹ ਤੋਂ ਵੱਧ ਹੋਰ ਕੀ ਚਾਹੀਦਾ ਸਾਨੂੰ। ਗੁਰੂ ਜੀਵਨ ਨੂੰ ਸਾਡੇ ਸੋਹਣਾ ਤੇ ਬਿਹਤਰ ਬਣਾ ਗਿਆ, ਅਮੁੱਲ ਬਣਾ ਗਿਆ। ਕੋਈ ਦੁਨੀਆ ਦੀ ਕਰੰਸੀ ਖਰੀਦ ਨਹੀਂ ਸਕਦੀ ਹੁਣ ਸਾਨੂੰ।
ਉਹ ਬੰਦੇ ਵਿਕਦੇ ਨਹੀਂ ਕਦੀ ਵੀ। ਤੇ ਜਿਹੜੇ ਵਿਕ ਜਾਂਦੇ ਨੇ ਨਾ, ਜਿਹੜੇ ਵਿਕ ਜਾਂਦੇ ਨੇ, ਉਹਦਾ ਵੀ ਕਾਰਨ ਹੈ। ਇੱਕ ਡੋਲਣ ਦਾ ਇੱਕ ਕਾਰਨ ਵੇਖੋ, ਬਾਣੀ ਦੇ ਵਿੱਚ ਮਹਾਰਾਜ ਨੇ ਸਪਸ਼ਟ ਕੀਤਾ ਹੈ, ਉਹ ਹੈ ਲਾਲਚ। ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉੱਥੇ। ਠੀਕ ਹੈ, ਕਈ ਹੰਕਾਰ ਕਰਕੇ ਵੀ ਡੋਲਣਗੇ, ਕਈ ਕਾਮ ਕ੍ਰੋਧ ਕਰਕੇ ਵੀ ਡੋਲ ਸਕਦੇ ਨੇ, 5 ਹੀ ਵਿਕਾਰ ਨੇ, ਪਰ ਇੱਥੇ ਲਾਲਚ ਜ਼ਿਆਦਾ ਕੰਮ ਕਰ ਜਾਂਦਾ। ਸੰਸਕ੍ਰਿਤੀ ਸ਼ਲੋਕ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਬਾਣੀ, ਉਹਦੇ ਵਿੱਚ ਮਹਾਰਾਜ ਨੇ ਇੱਕ ਸ਼ਲੋਕ ਆਖਿਆ, ਕਹਿੰਦੇ ਹੇ ਲੋਭਾ, ਲਾਲਚ ਨੂੰ ਸੰਬੋਧਿਤ ਹੋ ਕੇ ਮਹਾਰਾਜ ਨੇ ਆਖਿਆ, ਕਹਿੰਦੇ ਹੇ ਲੋਭਾ ਲੰਪਟ ਸੰਗ ਸਿਰ ਮੋਰਾ। ਧਿਆਨ ਨਾਲ ਸੁਣਿਓ ਇਹ ਸ਼ਬਦ, ਸਿਰ ਮੋਰਾ ਕਹਿੰਦੇ ਨੇ ਸਿਰਮੋਰ ਬੰਦੇ, ਦੁਨੀਆ 'ਚ ਸਿਰ ਕੱਢ ਬੰਦੇ, ਆਮ ਬੰਦੇ ਵੀ ਨਹੀਂ, ਨੋਰਮਲ ਬੰਦੇ ਵੀ ਨਹੀਂ, ਗਰੀਬ ਮਾਤੜ ਨਹੀਂ। ਸਿਰ ਮੋਰਾ ਦਾ ਅਰਥ ਹੈ ਸਿਰਮੋਰ, ਸਿਰ ਕੱਢ, ਜਿਹੜੇ ਸਮਾਜ ਦੇ ਵਿੱਚ ਦਾਨੀ ਸਮਝੇ ਜਾਂਦੇ ਨੇ, ਜਿਹੜੇ ਆਗੂ ਸਮਝੇ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਹੇ ਲੋਭਾ, ਤੇਰੇ ਕੋਲ ਕੀ ਇਦਾਂ ਦੀ ਤਾਕਤ ਹੈ, ਸਿਰੇ ਦੇ ਬੰਦੇ ਵੀ ਤੂੰ ਗੋਡੇ ਲਾਤੇ। ਹੇ ਲੋਭਾ ਲੰਪਟ ਸੰਗ ਸਿਰ ਮੋਰਾ, ਅਨਕ ਲਹਿਰੀ ਕਲੋਲ ਤੇ, ਤੂੰ ਉਹਨਾਂ 'ਚ ਕਿਹੋ ਜੀ ਲਹਿਰ ਛੇੜ ਦਿੰਦਾ। ਦਿਨ ਤੇ ਰਾਤ ਸੁਪਨੇ ਹੀ ਹੋਰ ਲਈ ਜਾਂਦੇ ਨੇ ਅਗਲੇ, ਨਿਸ ਦਿਨ ਮਾਇਆ ਕਾਰਨ ਹੈ, ਸੁਪਨਿਆਂ ਦੇ ਵਿੱਚ ਵੀ ਉਹੀ ਚੱਲਦਾ। ਫਿਰ ਹੇ ਲੋਭਾ ਲੰਪਟ ਸੰਗ ਸਿਰ ਮੋਰਾ, ਅਨਕ ਲਹਿਰੀ ਕਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰੰ, ਅਨਕ ਭਾਂਤ ਬਹੁ ਡੋਲ ਤੇ। ਡੋਲ ਜਾਂਦੇ ਨੇ ਉਹ ਤਾਂ, ਲਾਲਚ ਦੇ ਅੱਗੇ ਗੋਡੇ ਟੇਕ ਜਾਂਦੇ ਨੇ, ਆਫਰਾਂ ਦੇ ਅੱਗੇ ਅਗਲੇ ਸਭ ਕੁਝ ਦਾਅ ਤੇ ਲਾ ਦਿੰਦੇ ਨੇ। ਅਗਲੀ ਪੰਕਤੀ ਪੜੋ, ਕਹਿੰਦੇ ਨੇ ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਲੱਜਿਆ ਕਹਿੰਦੇ ਨੇ ਸ਼ਰਮ ਨੂੰ, ਉਹ ਆਪਣੇ ਮਿੱਤਰ ਦੀ ਵੀ ਸ਼ਰਮ ਨਹੀਂ ਕਰਨਗੇ, ਮਿੱਤਰ ਨੂੰ ਵੀ ਠੱਗ ਜਾਣਗੇ। ਲਾਲਚ ਤੇ ਲੋਭ ਇਹੋ ਜੀ ਬਲਾ ਹੈ। ਇਸ਼ਟੰ ਦਾ ਅਰਥ ਹੁੰਦਾ ਇਸ਼ਟ, ਪ੍ਰਭੂ, ਗੋਡ, ਰੱਬ। ਉਹ ਆਪਣੇ ਰੱਬ ਨੂੰ ਵੀ ਗਿਰਵੀ ਪਾ ਦਿੰਦੇ ਨੇ ਜਾ ਕੇ ਅਗਲੇ। ਕਿਸੇ ਵਿਦਵਾਨ ਨੇ ਇਸੇ ਕਰਕੇ ਆਖਿਆ, ਉਹ ਕਹਿੰਦਾ ਹਵਾਇਆ ਵਫਸ਼ ਕੇ ਬੰਦੇ ਖੁਦਾ ਕੋ ਵੇਚ ਦੇਤੇ ਹੈ। ਜਿਹਦੇ ਅੰਦਰ ਲਾਲਚ ਤੁਰ ਪਏ ਨਾ ਇੱਕ ਵਾਰੀ, खुदा को बेच देते हैं, खुदा के घर की क्या कहिए, ये तो खुदा को बेच देते हैं। ਤੇ ਰੱਬ ਨੂੰ ਚੁਰਾਇਆਂ ਤੇ ਗਿਰਵੀ ਲਾਉਣਗੇ, ਉਹਦੀਆਂ ਵੀ ਬੋਲੀਆਂ ਲਵਾਉਣਗੇ, ਵੱਟੇ 'ਚ ਜੋ ਮਿਲ ਜਾਏ ਸਹੀ। ਇਤਿਹਾਸ ਵਿੱਚ ਐਸਾ ਹੋਇਆ ਨਹੀਂ ਕਿ ਗੰਗੂ ਨੇ, ਉਹਨੂੰ ਪਤਾ ਸੀ ਕਿ ਇਹ ਕਲਗੀਧਰ ਮਹਾਰਾਜ ਨੂੰ ਜਨਮ ਦੇਣ ਵਾਲੀ ਮਾਂ ਹੈ, ਬਜ਼ੁਰਗ। ਇਹ ਮੇਰੇ ਘਰ ਜਿਹੜੇ ਛੋਟੇ ਬਾਲ ਵਿਖ ਰਹੇ ਨੇ, ਕਲਗੀਧਰ ਮਹਾਰਾਜ ਦਾ ਖੂਨ ਨੇ, ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ, ਜਿਨ੍ਹਾਂ ਨੂੰ ਕਿੰਨੀ ਉੱਚ ਤਾਲੀਮ ਦਿੱਤੀ ਹੈ ਕਲਗੀਧਰ ਮਹਾਰਾਜ ਜੀ ਨੇ। ਇਹ ਮੇਰੇ ਘਰ ਦੀ ਰੌਣਕ ਨੇ। ਅੱਜ ਮੰਜੇ ਇੱਕ ਤੇ 3 ਜਾਣੇ ਜੀ ਸੁੱਤੇ ਨੇ, ਪਰ ਤੁਸੀਂ ਵੇਖੋ ਉਹ ਥੱਕੇ ਹੋਏ ਵੀ ਸੌਂ ਗਏ, ਤੇ ਜਿਹਦਾ ਘਰ ਹੈ ਉਹ ਉਸਲ ਵੱਟੇ ਲੈਂਦਾ, ਉਹਨੂੰ ਆਪਣੇ ਘਰ ਵਿੱਚ ਵੀ ਨੀਂਦ ਨਹੀਂ ਆਉਂਦੀ। ਉਹਦੀ ਨਾ ਨੀਂਦ ਆਉਂਦੀ ਵਜ੍ਹਾ ਕੀ ਹੋ ਸਕਦੀ ਹੈ? ਫਰੀਦ ਸਾਹਿਬ ਨੇ ਬਾਣੀ 'ਚ ਆਖਿਆ, ਕਹਿੰਦੇ ਨੇ ਇਹ ਤਨ ਭੌਂਕਣਾ ਨਿਤ ਨਿਤ ਦੁਖੀਏ ਕੌਣ। ਲੋਭ ਦਾ ਕੁੱਤਾ ਜਦੋਂ ਅੰਦਰ ਭੌਂਕਦਾ ਨਾ, ਇਹ ਨੀਂਦਾਂ ਉਡਾ ਦਿੰਦਾ ਬੰਦੇ ਦੀਆਂ। ਬੰਦਾ ਆਪਣੇ ਘਰ ਵੀ ਨਹੀਂ ਸੌਂ ਸਕਦਾ। ਉਹ ਇਸ ਕਰਕੇ ਪਾਸੇ ਵੜਦਾ ਕਿ ਆਖਿਰ ਮਾਤਾ ਜੀ ਦੇ ਕੋਲ ਉਹ ਥੈਲੀ 'ਚ ਹੋਏਗਾ ਕੀ, ਮੈਂ ਇਹਨਾਂ ਕੋਲੋਂ ਕੀ ਲੈਣਾ। ਉਹਦੇ ਅੰਦਰ ਹੁਣ ਕਹਾਣੀ ਚੱਲਦੀ ਹੈ, ਪ੍ਰਪੰਚ ਦੀ ਬੁਣਤਰ ਬੁਣਦਾ ਅਗਲਾ। ਉਹ ਕਹਿੰਦਾ ਮੈਂ ਇਹਨਾਂ ਤੋਂ ਕੀ ਲੈਣਾ, ਇਹਨਾਂ ਦੇ ਵੱਡੇ ਭਰਾ ਸ਼ਹੀਦ ਹੋ ਚੁੱਕੇ, ਪਿਤਾ ਪਤਾ ਨਹੀਂ ਹੈ ਜਾਂ ਨਹੀਂ, ਆਨੰਦਪੁਰ ਉਜੜ ਚੁੱਕਾ ਹੈ, ਮੈਂ ਇਹਨਾਂ ਕੋਲੋਂ ਹੁਣ ਕੀ ਖੱਟਣਾ। ਜੋ ਹੁਣ ਮਿਲ ਸਕਦਾ ਵੱਟੇ ਦੇ ਵਿੱਚ। ਪਹਿਲਾਂ ਤੇ ਅਗਲੇ ਨੇ ਉਹ ਥੈਲੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਸਵੇਰੇ ਰੋਲਾ ਪਾ ਕੇ ਤੇ ਮਰਿੰਡੇ ਜਾ ਕੇ ਸ਼ਿਕਾਇਤ ਲਾ ਕੇ, ਤੇ ਉਹਨਾਂ ਦਾ ਵੀ ਮੁੱਲ ਵੱਟ ਆਇਆ। ਖੁਦਾ ਕੇ ਘਰ ਕੀ ਕਿਆ ਕਹੀਏ, ਇਹ ਤਾਂ ਖੁਦਾ ਕੋ ਵੇਚ ਦੇਤੇ ਹੈ। ਐਗਜ਼ਾਮਪਲਾਂ ਨੇ ਹਿਸਟਰੀ ਦੇ ਵਿੱਚ। ਇਸੇ ਕਰਕੇ ਅੱਲਾ ਯਾਰ ਖਾਂ ਜੋਗੀ ਨੇ ਆਖਿਆ, ਕਹਿੰਦੇ ਨੇ ਬਜ਼ਦਾਤ ਬਦ ਸ਼ਿਫਾਤ वो गंगू नमक हराम, सतगुरु के टुकड़ों पर पलता रहा मुदाम, दे लेके शहजादों को घर ले आया बद लगाम। कहता दुनिया में अपने नाम को बदनाम कर गया, गंगू दुश्मन भी वो ना करे काम जो तू काम कर गया। कारण की है? लोभ लहर सब स्वान हलक है। कुत्ता अंदर लोभ दा बैठा, लब कुत्ता कूड़ चूड़ा ठक खादा मुरदार। महाराज ने बाणी विच लब नूं, लालच नूं कुत्ते दे स्वार्थ दे नाल तुलना दिती है। लोभ लहर सब स्वान हलक है, हलकिया जांदा बंदा।
ਇਦਾਂ ਜਿਵੇਂ ਕੁੱਤਾ ਹਲਕਿਆ ਜਾਂਦਾ। ਤੁਸੀਂ ਵੇਖੋ ਜਦੋਂ ਕੁੱਤਾ ਹਲਕਿਆ ਜਾਏ ਨਾ, ਉਹ ਆਪਣੇ ਮਾਲਕ ਦੇ ਨਿਆਣਿਆਂ ਦਾ ਵੀ ਪੈਰ ਪਾੜ ਛੱਡਦਾ। ਉਹਨੂੰ ਪਤਾ ਨਹੀਂ ਹੋਣ ਲੱਗਦਾ ਕਿ ਇਹ ਮੇਰੇ ਮਾਲਕ ਦੇ ਬੱਚੇ ਨੇ। ਗੁਰੂ ਮਹਾਰਾਜ ਦਾ ਸ਼ਬਦ ਹੈ, ਲੋਭ ਲਹਿਰ ਸਭ ਸਵਾਨ, ਹਲਕ ਹੈ ਹਲਕੇ ਸਭੇ ਬਿਗਾਰੇ, ਮੇਰੇ ਸਤਿਗੁਰ ਕੇ ਦੀਵਾਨ ਖਬਰ ਹੋਈ, ਗੁਰ ਗਿਆਨ ਖੜਗ ਲੈ ਮਾਰੇ। ਜੇ ਕਿਤੇ ਉਹ ਲੋਭੀ ਬੰਦਾ ਤੰਗ ਆ ਜਾਏ ਨਾ ਲੋਭ ਦੇ ਹੱਥੋਂ, ਕਿ ਨਚ ਮਿੱਤਰੰ ਨਚ ਇਸਤੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ, ਬਈ ਇਹ ਲੋਭ ਮੇਰੇ ਕੋਲੋਂ ਕੀ ਕਰਾਏਗਾ ਆਖਿਰ। ਜਦੋਂ ਬੰਦਾ ਪਰੇਸ਼ਾਨ ਹੋ ਕੇ ਅਗਰ ਕਿਤੇ ਮੁੜਨ ਦੀ ਕੋਸ਼ਿਸ਼ ਵਿੱਚ ਜੁਟ ਜਾਏ, ਮੇਰੇ ਸਤਿਗੁਰ ਕੇ ਦੀਵਾਨ ਖਬਰ ਹੋਈ, ਇੱਕ ਹੂਕ ਮਾਰੇ, ਇੱਕ ਆਵਾਜ਼ ਮਾਰੇ ਗੁਰੂ ਵੱਲ, ਤਰਲਾ ਪਾਏ, ਗੁਰੂ ਲੋਭ ਨੇ ਸਾਰਾ ਕੁਝ ਬਰਬਾਦ ਕਰਤਾ ਮੇਰੇ ਅੰਦਰੋਂ ਦੀ, ਰਾਸੀ ਖਤਮ ਕਰ ਦਿੱਤਾ। ਮੈਂ ਰੱਬ ਦੇ ਉਹਦੇ ਸਿਧਾਂਤ ਤੇ ਅਸੂਲ ਮਰਿਆਦਾ ਸਭ ਕੁਝ ਮੈਂ ਮਾਰਕੀਟ 'ਚ ਵੇਚਣ ਤੇ ਤੁਰ ਪਿਆ ਹਾਂ। ਆ ਤੁਸੀਂ ਵੇਖੋ, ਜਿਹੜੇ ਆ ਸਰੂਪ ਅਗਰ ਚੋਰੀ ਹੋਏ ਸਾਡੇ ਹੀ ਮੈਦਾਨ ਦੇ ਵਿੱਚੋਂ, ਅਗਰ ਚੋਰੀ ਹੋ ਜਾਣ ਸਰੂਪ, ਕਿਤੇ ਨਾ ਕਿਤੇ ਲੋਭ ਦਾ ਕੁੱਤਾ ਕਿਸੇ ਦੇ ਅੰਦਰ ਭੌਂਕਿਆ ਹੋਏਗਾ। ਵੇਚ ਗਿਆ ਅਗਲਾ, ਸਭ ਕੁਝ ਵੇਚ ਜਾਏਗਾ ਅਗਲਾ। ਤੁਸੀਂ ਪੜ੍ਹ ਕੇ ਵੇਖ ਲਓ ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਖਤਮ ਹੋਇਆ। ਖਤਮ ਹੋਣ ਵਾਲਿਆਂ ਦੇ ਵਿੱਚ ਅੰਦਰ ਪਨਪ ਰਹੇ ਉਹ ਲੋਕ ਸਨ ਜਿਨ੍ਹਾਂ ਨੇ ਕੇਵਲ ਲਾਲਚ ਦੀ ਅੰਦਰ ਦੇ ਕੂਕਰ ਦੀ ਆਵਾਜ਼ ਹੀ ਸੁਣੀ, ਬਸ ਗੁਰੂ ਦੀ ਆਵਾਜ਼ ਨੂੰ ਅਗਲਿਆਂ ਨੇ ਕੰਨਾਂ ਤੱਕ ਪਹੁੰਚਣ ਹੀ ਨਹੀਂ ਦਿੱਤਾ। ਸਾਰਾ ਰਾਜ ਤੁਹਾਡਾ ਪੀ ਗਏ ਅਗਲੇ, ਖਤਮ ਕਰ ਗਏ। ਉੱਥੇ ਲਾਲ ਚੰਦ ਦੀ ਗੱਲ ਹੈ, ਲਾਲ ਸਿੰਘ ਦੀ ਗੱਲ, ਕਿੰਨੇ ਹੀ ਇਹੋ ਜਿਹੇ ਡੋਗਰੇ। ਤੇ ਇਦਾਂ ਤੇ ਨਹੀਂ ਨਾ ਕਿ ਉਹ ਸਮੇਂ ਹੀ ਸਨ, ਅੱਜ ਨਹੀਂ ਹੈਗੇ। ਉੱਤੇ ਉਦਾਹਰਨਾਂ ਹੁੰਦੀਆਂ ਨੇ ਇਤਿਹਾਸ ਦੀਆਂ। ਮੈਂ 2 ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਸਮਾਪਤੀ ਕਰਾਂ, ਕਿਉਂਕਿ ਸ਼ਬਦ ਚੱਲ ਰਿਹਾ ਡੋਲਣ ਦੇ ਸੰਬੰਧੀ। ਨਿਸ ਦਿਨ ਮਾਇਆ ਕਾਰਨ ਹੈ ਪ੍ਰਾਣੀ ਡੋਲਤ ਨੀਤ। ਇਤਿਹਾਸ ਨੇ ਨਾ ਕੰਪੇਅਰ ਦੇ ਵਿੱਚ 2 ਪਾਤਰ ਰੱਖੇ ਨੇ। ਮੈਂ ਅਕਸਰ ਬੇਨਤੀ ਕਰਦਾ, ਜੇ ਬਾਣੀ ਵੀ ਪੜ੍ਹੋਗੇ ਤੇ ਉੱਥੇ ਮਹਾਰਾਜ ਨੇ ਅਗਰ ਗੁਰਮੁਖ ਦੀ ਗੱਲ ਕੀਤੀ, ਪੈਰਲਲ ਦੇ ਵਿੱਚ ਮਨਮੁਖ ਬਾਰੇ ਵੀ ਦੱਸਿਆ। ਜੇ ਸਨਮੁਖ ਦੀ ਗੱਲ ਮਹਾਰਾਜ ਨੇ ਦੱਸੀ ਹੈ ਤੇ ਮਹਾਰਾਜ ਨੇ ਮਨਮੁਖ ਦੀ ਵੀ ਗੱਲ ਕਹੀ ਹੈ। ਗੁਰਬਾਣੀ ਵਿੱਚ ਅਗਰ ਕਿਸੇ ਨੂੰ ਮਹਾਰਾਜ ਨੇ ਹੰਸ ਆਖਿਆ ਤੇ ਬਗਲੇ ਦੀ ਬਿਰਤੀ ਬਾਰੇ ਵੀ ਮਹਾਰਾਜ ਜੀ ਨੇ ਬਾਣੀ ਵਿੱਚ ਚੰਗਾ ਬਿਆਨ ਕੀਤਾ। ਇਸ ਤਰ੍ਹਾਂ ਇਤਿਹਾਸ ਵਿੱਚ ਵੀ 2 ਪਾਤਰ ਹੁੰਦੇ ਨੇ, ਇੱਕ ਵਫਾਦਾਰ ਤੇ ਇੱਕ ਗੱਦਾਰ। ਔਰ ਕੌਣ ਡੋਲਦਾ ਤੇ ਕਿਸ ਵਜ੍ਹਾ ਕਰਕੇ ਡੋਲਦਾ। ਪਹਿਲੀ ਉਦਾਹਰਨ ਮੈਂ ਸਾਂਝੀ ਕਰਦਾ। ਗੁਰੂ ਅਮਰਦਾਸ ਮਹਾਰਾਜ ਦੇ ਵਕਤ ਇਸ ਘਰ ਦੀ ਬੁਲੰਦੀ ਨੂੰ ਵੇਖ ਕੇ ਨਾ ਚੜ੍ਹਦੀ ਕਲਾ, ਕਿਉਂਕਿ ਗੋਇੰਦਵਾਲ ਬੌਲੀ ਬਣੀ ਸੀ, ਲੰਗਰ ਪ੍ਰਥਾ ਚੱਲ ਰਹੀ ਹੈ, ਉੱਥੇ ਸੰਗਤ ਬੈਠ ਕੇ ਕੀਰਤਨ ਸੁਣਦੀ ਸੁਣਾਉਂਦੀ, ਇਕੁਐਲਿਟੀ ਦੀ ਪ੍ਰੈਕਟਿਸ ਹੋ ਰਹੀ ਹੈ, ਬਰਾਬਰਤਾ ਦੀ। ਅਗਲਿਆਂ ਨੂੰ ਇਹ ਗੱਲ ਸਿਖਾਈ ਨਹੀਂ ਜਿਹੜੇ ਵਰਣ ਵੰਡ ਵਾਲੇ ਸਨ। ਉਹਨਾਂ ਨੇ ਅਕਬਰ ਦੇ ਕੰਨ ਭਰੇ ਜਾ ਕੇ ਕਿ ਦੁਕਾਨ ਨੂੰ ਬੰਦ ਕਰਾ ਦੋ। ਉਹ ਸ਼ਬਦ ਵਰਤੇ ਦੁਕਾਨ, ਕੰਨ ਭਰੇ ਗਏ, ਪਰ ਕੰਨਾਂ ਦਾ ਕੱਚਾ ਨਹੀਂ ਸੀ ਅਕਬਰ। ਹਿਸਟਰੀ 'ਚ ਲਿਖਿਆ ਕਿ ਅਕਬਰ ਨੇ 50 ਸਾਲ ਰਾਜ ਕੀਤਾ। ਬੜਾ ਨੇਕ ਬੰਦਾ ਰਿਹਾ ਹੈ ਉਹ ਆਪਣੇ ਰਾਜ ਦੇ ਵਿੱਚ। ਉਹਨੇ ਗੁਰੂ ਘਰ ਦੀ ਕਦੀ ਵੀ ਕਿਸੇ ਦੇ ਕੋਲੋਂ ਕੱਚੀ ਪਿੱਲੀ ਗੱਲ ਸੁਣ ਕੇ ਉਹਨੇ ਕੋਈ ਸਟੈਂਡ ਨਹੀਂ ਲਏ। ਉਹਨੇ ਸ਼ਨਾਖਤ ਕੀਤੀ, ਪਹੁੰਚ ਕੀਤੀ, ਆਖਿਆ ਕਿ ਸੁਣਿਆ ਇੱਦਾਂ ਚੱਲ ਰਿਹਾ, ਕਿਸੇ ਨੂੰ ਸਮੱਸਿਆਵਾਂ ਆ ਰਹੀਆਂ ਨੇ ਇਹਦੇ ਕਰਕੇ। ਮਹਾਰਾਜ ਗੁਰੂ ਅਮਰਦਾਸ ਜੀ ਨੇ ਭਾਈ ਜੇਠੇ ਦੀ ਚੋਣ ਕੀਤੀ, ਉਹਨਾਂ ਨੂੰ ਵਕਾਲਤ ਲਈ ਲਾਹੌਰ ਭੇਜਿਆ। ਭਰੇ ਦਰਬਾਰ ਦੇ ਵਿੱਚ ਸਾਰੇ ਸਜੇ ਬੈਠੇ ਨੇ, ਜਿਨ੍ਹਾਂ ਦੇ ਬੁੱਤਾਂ ਦੇ, ਜਿਨ੍ਹਾਂ ਦੇ ਸ਼ਰਾਧਾਂ ਦੇ, ਜਿਨ੍ਹਾਂ ਦੇ ਵਰਤਾਂ ਦੇ ਮਸਲੇ ਸਨ, ਉਹ ਸਭ ਤੋਂ ਮੂਹਰੀ ਕਤਾਰ 'ਚ ਲੱਗੇ ਸਨ ਕਿ ਭਾਈ ਜੇਠਾ ਗੋਇੰਦਵਾਲ ਤੋਂ ਆਇਆ, ਘੇਰ ਸਵਾਲ ਕਰਾਂਗੇ ਤੇ ਇੱਥੇ ਬੇਇੱਜ਼ਤ ਕਰਕੇ ਵਾਪਸ ਭੇਜਾਂਗੇ। ਹਰ ਪੱਖੋਂ ਡਲਾਉਣ ਦੀਆਂ ਕੋਸ਼ਿਸ਼ਾਂ ਚੱਲਦੀਆਂ ਨੇ। ਪਹਿਲਾਂ ਹਰ ਇੱਕ ਹਥਿਆਰ ਵਰਤਿਆ ਜਾਂਦਾ ਹੈ। ਸਵਾਲ ਤੁਰੇ, ਭਾਈ ਜੇਠਾ ਜੀ ਨੇ ਲਾਜਵਾਬ ਕਰ ਦਿੱਤੀ ਗੱਲ। ਉੱਥੇ ਮਾਹੌਲ ਐ ਸ਼ਾਂਤ ਹੋ ਗਿਆ। ਇੱਕ ਦਾ ਸਵਾਲ ਦਾ ਜਵਾਬ ਦਿੱਤਾ। ਉੱਥੇ ਆਖਿਆ ਕਿ ਜੇ ਬਾਣੀ ਵਿੱਚ ਬੁੱਤ ਪ੍ਰਸਤੀ ਦੇ ਸੰਬੰਧਿਤ ਕੋਈ ਸ਼ਬਦ ਨੇ, ਜੇ ਤੁਸੀਂ ਇਹ ਕਹਿੰਦੇ ਹੋ ਕਿ ਕਾਜ਼ੀ ਇਸ ਕਰਕੇ ਸਾਡੇ ਉੱਤੇ ਇਹ ਆਵਾਜ਼ ਚੁੱਕ ਕੇ ਉੱਚੀ ਸੁਰ 'ਚ ਬੋਲਦੇ ਨੇ ਕਿ ਤੁਸੀਂ ਖੁਦਾ ਬਾਰੇ, ਅੱਲਾ ਬਾਰੇ, ਕਬਰਾਂ ਬਾਰੇ, ਹੋਰ ਚੀਜ਼ਾਂ ਬਾਰੇ ਬਹੁਤ ਕੁਝ ਕਹਿ ਦਿੱਤਾ ਹੈ, ਉਹਦਾ ਕੁਝ ਕਾਰਨ ਹੈ ਅਸਲ ਦੇ ਵਿੱਚ। ਜਦੋਂ ਸਾਰੀਆਂ ਗੱਲਾਂ ਬਿਆਨ ਕੀਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਔਰ ਮਨੁੱਖ ਜਾਤੀ ਦੀ ਬਰਾਬਰਤਾ ਦੀ ਗੱਲ ਕੀਤੀ, ਸਾਰੇ ਚਿੱਤ ਹੋ ਗਏ। ਉੱਥੇ ਅਕਬਰ ਇੰਨਾ ਪ੍ਰਭਾਵਿਤ ਹੋਇਆ, ਇੰਨਾ ਕਾਇਲ ਹੋਇਆ। ਉਹ ਭਾਈ ਜੇਠਾ ਜੀ ਨੂੰ ਕਹਿੰਦਾ, ਬਸ ਮਗਰ ਮੈਂ ਆਇਆ ਤੁਹਾਡੇ ਗੋਇੰਦਵਾਲ। ਗਿਆ ਗੋਇੰਦਵਾਲ,
सब कुछ देख के उन्हें आख्या महाराज मैं फिदा हो गया हाँ, मैं सदके जाना ਇਹੋ ਜਿਹੇ ਅਸੂਲਾਂ ਦੇ ਉਤੋਂ। ਉਹਨੇ ਗੋਇੰਦਵਾਲ ਦੇ ਲਾਗੇ ਦੀ ਜ਼ਮੀਨ ਆਫਰ ਕੀਤੀ ਇਸ ਘਰ ਨੂੰ, ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇੰਨਾ ਹੀ ਬੜਾ ਤੇਰੇ ਲਈ, ਇੰਨਾ ਹੀ ਬਹੁਤ ਹੈ। ਇੱਥੇ ਤੇ ਗਰੀਬ ਗੁਰਬੜਿਆਂ ਦੇ ਖੂਨ ਪਸੀਨੇ ਦੇ ਨਾਲ ਸਿੱਖੀ ਦੀ ਲਹਿਰ ਤੁਰਨੀ ਹੈ, ਜ਼ਮੀਨਾਂ ਦੇ ਨਾਲ ਨਹੀਂ। ਮਹਾਰਾਜ ਉੱਥੇ ਤੁਸੀਂ ਵੇਖੋ ਗੁਰੂ ਰਾਮਦਾਸ ਭਾਈ ਜੇਠੇ ਦੇ ਰੂਪ ਦੇ ਵਿੱਚ ਘਬਰਾਏ ਨਹੀਂ, ਡੋਲੇ ਨਹੀਂ ਭਰੇ, ਦਰਬਾਰ ਦੇ ਵਿੱਚ ਲਾਜਵਾਬ ਕਰਕੇ ਆਏ। ਤੇ ਦੂਸਰੇ ਪਾਸੇ ਇਤਿਹਾਸ ਵਿੱਚ ਪਾਤਰ ਹੈ ਰਾਮ ਰਾਏ, ਉਹ ਵੀ ਇੱਕ ਦਰਬਾਰ 'ਚ ਖੜਾ ਔਰੰਗਜ਼ੇਬ ਦੇ, ਤੇ ਉੱਥੇ ਪੁੱਛਿਆ ਜਾਂਦਾ ਹੈ ਕਿ ਸੁਣਿਆ ਅਸੀਂ ਬਾਣੀ ਦੇ ਵਿੱਚ ਇਹ ਲਿਖਿਆ ਹੈ, ਮਿੱਟੀ ਮੁਸਲਮਾਨ ਕੀ ਪੇੜੈ ਭਈ ਕੁਮਿਆਰ, ਘੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਕਾਜ਼ੀ ਉਕਸਾਉਂਦੇ ਸਨ ਨਾ ਇਹ ਗੱਲਾਂ ਕਹਿ ਕਹਿ ਕੇ। ਉਸ ਵਕਤ ਦੇ ਸ਼ਾਹੀ ਕਾਜੀ ਰੱਖੇ ਜਾਂਦੇ ਸਨ, ਪੇੜ ਕਾਜੀ, ਪੇੜ ਧਾਰਮਿਕ ਬੰਦੇ ਰਾਸੀ ਦਰਬਾਰ ਦੇ ਵਿੱਚ, ਪੇੜ ਪੰਡਤ ਤੇ ਪ੍ਰੋਹਤ ਹੁੰਦੇ ਸਨ ਉਸ ਵੇਲੇ। ਉਹਨਾਂ ਦੀ ਬੋਲੀ ਬੋਲਦੇ ਸਨ ਅਗਲੇ, ਜਿੱਦਾਂ ਅਗਲਾ ਬੁਲਾਏਗਾ ਉੱਦਾਂ ਉਹਨੇ ਬੋਲ ਜਾਣਾ, ਭੁਗਤ ਜਾਣਾ। ਗੁਰੂ ਤੇਗ ਬਹਾਦਰ ਮਹਾਰਾਜ ਦੇ ਉੱਤੇ ਫਰਮਾਨ ਜਾਰੀ ਕਰਨ ਵਾਲਾ ਸ਼ਾਹੀ ਕਾਜੀ ਸੀ, ਕੋਈ ਆਮ ਕਾਜੀ ਨਹੀਂ ਸੀ। ਸ਼ਾਹੀ ਕਾਜੀ ਦਾ ਅਰਥ ਹੁੰਦਾ ਹੈ ਗਵਰਨਮੈਂਟ ਦਾ ਪਾਲਿਆ ਹੋਇਆ ਜੱਜ, ਗਵਰਨਮੈਂਟ ਦੀ ਬੋਲੀ ਬੋਲੇ ਜਿਹੜਾ। ਕਾਜ਼ੀ ਅਬਦੁਲ ਵਹਾਬ ਵੋਹਰਾ ਮਹਾਰਾਜ ਦੇ ਉੱਤੇ ਐਵੇਂ ਫਤਵੇ ਲਾਉਂਦਾ ਕਿ ਜਿਵੇਂ ਉਹਨੇ ਸਾਰੀ ਕੁਰਾਨ ਉਹਦੇ ਜੀਵਨ ਦੇ ਵਿੱਚ ਅਮਲ ਦੇ ਵਿੱਚ ਲੈ ਹੁੰਦੀ ਹੈ। ਪਰ ਗੁਰੂ ਮਹਾਰਾਜ ਦੀ ਸ਼ਹੀਦੀ ਬਾਅਦ 15 ਦਿਨਾਂ ਬਾਅਦ ਜਦੋਂ ਦਾ ਘਰ ਚੈੱਕ ਕੀਤਾ ਉਹਦੇ ਮਰਨ ਦੇ ਬਾਅਦ, ਤੇ ਉਸ ਵੇਲੇ ਦੇ ਕੀਮਤੀ ਦਸਤਾਵੇਜ਼, ਸਰਕਾਰੀ ਸੋਨਾ ਚਾਂਦੀ, ਤਮਾਮ ਚੀਜ਼ਾਂ ਉਹਦੇ ਘਰੋਂ ਨਿਕਲੀਆਂ, ਇੱਕ ਸ਼ਾਹੀ ਕਾਜੀ ਦੇ ਘਰੋਂ, ਧਾਰਮਿਕ ਬੰਦੇ ਦੇ ਘਰੋਂ। ਖੈਰ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਉੱਥੇ ਰਾਮ ਰਾਏ ਦਾ ਵੀ ਟੈਸਟ ਹੋਇਆ, ਤੇ ਇਤਿਹਾਸਕਾਰਾਂ ਨੇ ਗੱਲ ਦਰਜ ਕੀਤੀ ਹੈ ਕਿ ਉੱਥੇ ਡੋਲਿਆ ਹੋਇਆ ਬੰਦਾ ਕਹਿੰਦਾ ਨਹੀਂ ਜੀ ਭੁਲੇਖਾ ਖਾ ਗਏ, ਉੱਥੇ ਲਿਖਿਆ ਹੈ ਮਿੱਟੀ ਬੇਈਮਾਨ ਕੀ ਜਗ੍ਹਾ, ਮਿੱਟੀ ਮੁਸਲਮਾਨ ਕੀ ਦੀ ਥਾਂ ਕਹਿੰਦਾ ਮਿੱਟੀ ਬੇਈਮਾਨ ਕੀ ਸ਼ਬਦ ਪਿਆ ਹੋਇਆ। ਉਹ ਘਬਰਾਇਆ ਤੇ ਵਰਡ ਚੇਂਜ ਕਰ ਗਿਆ, ਜਾਨ ਬਚਾਉਣ ਲਈ ਡੋਲਦਾ ਬੰਦਾ, ਸ਼ਬਦਾਵਲੀ ਬਦਲ ਦਿੰਦਾ। ਉਹਨੂੰ ਇਸ ਗੱਲ ਦਾ ਬਿਲਕੁਲ ਲਿਹਾਜ਼ ਨਹੀਂ ਰਹਿੰਦਾ ਕਿ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਮੁਬਾਰਕ ਰਸਨਾ ਤੋਂ ਨਿਕਲਿਆ ਹੋਇਆ ਸ਼ਬਦ ਹੈ, ਕਲਾਮ ਹੈ, ਇਹ ਕਿਵੇਂ ਬਦਲਿਆ ਜਾ ਸਕਦਾ ਹੈ, ਇਹਦੇ 'ਚ ਕਿਵੇਂ ਹੇਰਾ ਫੇਰੀ ਕੀਤੀ ਜਾ ਸਕਦੀ ਹੈ। ਪਰ ਬੰਦਾ ਡੋਲਦਾ ਕਿਤੇ ਨਾ ਕਿਤੇ, ਜਦੋਂ ਆਫਰਾਂ ਵੇਖਦਾ ਅਗਲੇ ਨੇ ਸਾਰਾ ਦੂਨ ਇਲਾਕਾ ਦੇ ਦਿੱਤਾ ਅਗਲੇ ਨੂੰ। ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਬੰਦਾ ਡੋਲਦਾ ਘਬਰਾਉਂਦਾ, ਪਰ ਉਹਦਾ ਇੱਕ ਰੀਜ਼ਨ ਹੁੰਦਾ, ਉਹ ਇਹ ਹੈ ਕਿ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ। ਨਿਤਾ ਪ੍ਰਤੀ ਦਿਨ ਰਾਤ ਬੰਦੇ ਦੇ ਡੋਲਣ ਦਾ, ਘਬਰਾਉਣ ਦਾ, ਕੰਪਰੋਮਾਈਜ਼ ਕਰਨ ਦਾ ਇੱਕ ਕਾਰਨ ਹੈ ਵੱਡਾ, ਉਹ ਹੈ ਮਾਇਆ। ਤੇ ਪਹਿਲਾਂ ਮੈਂ ਬੇਨਤੀ ਕੀਤੀ ਮਾਇਆ ਦਾ ਅਰਥ ਕੇਵਲ ਕਰੰਸੀ ਨਹੀਂ, ਸਾਡੇ ਲਈ ਧੀ ਪੁੱਤ ਵੀ ਮਾਇਆ ਬਣ ਸਕਦੇ ਨੇ, ਘਰ ਪਰਿਵਾਰ ਵੀ ਮਾਇਆ ਬਣ ਸਕਦੀ ਹੈ, ਨਿੱਕੀ ਤੋਂ ਨਿੱਕੀ ਚੀਜ਼ ਵੀ ਮਾਇਆ ਬਣ ਸਕਦੀ ਹੈ। ਜਿਸ ਦੀ ਖਾਤਰ ਅਸੀਂ ਆਪਣੀ ਜ਼ਮੀਰ ਗਿਰਵੀ ਪਾ ਜਾਈਏ ਸਾਡੇ ਲਈ ਉਹ ਹਰ ਇੱਕ ਚੀਜ਼ ਮਾਇਆ ਬਣ ਜਾਂਦੀ ਹੈ। ਸੋ ਮਹਾਰਾਜ ਨੇ ਆਖਿਆ ਪਰ ਐਸਾ ਵੀ ਨਹੀਂ ਕਿ ਸਾਰੇ ਡੋਲ ਰਹੇ ਨੇ। ਕੋਟਨ ਮੈਂ ਨਾਨਕ ਕੋ ਨਾਰਾਇਣ ਜਹੈ ਚੀਤ, ਜਿਨ੍ਹਾਂ ਦੇ ਚਿੱਤ ਚੇਤੇ ਵਿੱਚ ਨਾਰਾਇਣ ਹੈ, ਇੱਕ ਵੱਡਾ ਆਧਾਰ ਹੈ। ਸੁਖਮਨੀ ਸਾਹਿਬ ਦੀ ਬਾਣੀ 'ਚ ਮਹਾਰਾਜ ਨੇ ਆਖਿਆ ਨਾ, ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬਹੂ ਡੋਲੇ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰਖ ਲੀਨੀ ਹਰ ਮੇਰੀ। ਜਿਹਦਾ ਬੇਸ ਮਜ਼ਬੂਤ ਹੋਏਗਾ ਨਾ ਆਧਾਰ, ਉਹ ਨਹੀਂ ਫਿਰ ਘਬਰਾਉਂਦਾ। ਜਿਹਦਾ ਆਧਾਰ ਹੀ ਕਮਜ਼ੋਰ ਹੈ, ਬੇਸ ਤੇ ਨੀਹਾਂ ਹੀ ਬੜੀਆਂ ਕਮਜ਼ੋਰ ਨੇ, ਉਹ ਘਬਰਾਏਗਾ, ਢੱਠ ਜਾਏਗਾ। ਸੋ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਆਓ ਬਾਣੀ ਪ੍ਰਭੂ ਮਾਲਕ ਵਾਹਿਗੁਰੂ ਜੀ ਦਾ ਆਧਾਰ ਲਈਏ, ਸਹਾਰਾ ਲਈਏ, ਟੇਕ ਬਣਾਈਏ, ਤਾਂ ਕਿ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿੱਥੇ ਕਿਤੇ ਸਾਡਾ ਟੈਸਟ ਹੋਵੇ ਉੱਥੇ ਡੋਲਣ ਤੋਂ ਮਾਲਕ ਬਚਾਵੇ। ਉੱਥੇ ਜੁਰਤ ਤੇ ਸਟੈਂਡ ਕਿਵੇਂ ਲੈਣੇ ਨੇ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਗਵਾਈ ਹੈ। ਬਾਣੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।